Hello my future birds, welcome back to my channel। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 10th PSCB ਦਾ ਚੈਪਟਰ 3 ਇਕਨੋਮਿਕਸ ਦਾ ਪਾਰਟ 5। ਸੋ ਸਟਾਰਟ ਕਰਦੇ ਹਾਂ। ਇਹਦੇ ਵਿੱਚ ਆਪਣਾ ਟੌਪਿਕ ਚੱਲ ਰਿਹਾ ਹੈ ਪ੍ਰੋਪਰ ਐਗਰੀਕਲਚਰਲ ਪ੍ਰਾਈਸ ਪੋਲਿਸੀ। ਸੋ ਇਹਦੇ ਵਿੱਚ ਕੀ ਹੈ, ਜਿਹੜੀ ਗੌਰਮੈਂਟ ਹੈ ਉਹਨੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਕੀਤੇ ਨੇ ਐਗਰੀਕਲਚਰ ਦੀ ਡਿਵੈਲਪਮੈਂਟ ਦੇ ਵਿੱਚ, ਜਿਹਦੇ ਵਿੱਚ ਉਹਨੇ ਕੀ ਕੀਤਾ ਹੈ ਕਿ ਜਿਹੜੀ ਪ੍ਰੋਪਰ ਐਗਰੀਕਲਚਰ ਪ੍ਰਾਈਸ ਪੋਲਿਸੀ ਲਾਂਚ ਕੀਤੀ ਹੈ। ਇਹਦੇ ਵਿੱਚ ਕੀ ਹੈ, ਜਿਹੜੀ ਗੌਰਮੈਂਟ ਹੈ ਉਹਨੇ ਬਹੁਤ ਸਾਰੇ ਇੰਸਟੀਟਿਊਸ਼ਨਸ ਖੋਲ੍ਹੇ ਜਿਹਦੇ ਵਿੱਚ ਕੀ ਕੀਤਾ ਜਾਂਦਾ ਹੈ, ਫਾਰਮਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ ਸਟੇਬਲ ਪ੍ਰਾਈਸਿਸ, ਜਿਹਦੇ ਵਿੱਚ ਉਹਨਾਂ ਦਾ ਪ੍ਰੋਫਿਟ ਵੀ ਹੋਵੇ, ਉਹਨਾਂ ਦੀ ਜਿਹੜੀ ਵੀ ਪ੍ਰੋਡਕਸ਼ਨ ਹੈ ਉਹਦੇ ਵਿੱਚੋਂ, ਅਤੇ ਉਹਨਾਂ ਨੂੰ ਗਰੰਟਿਡ ਐਗਰੀਕਲਚਰ ਪ੍ਰਾਈਸ ਪੋਲਿਸੀ ਇੰਪਲੀਮੈਂਟ ਕੀਤੀ ਜਾਂਦੀ ਹੈ। ਜਿਹੜੀ ਗੌਰਮੈਂਟ ਹੈ ਨੇ ਬਹੁਤ ਸਾਰੇ ਇੰਸਟੀਟਿਊਸ਼ਨਸ ਇਸਟੈਬਲਿਸ਼ ਕੀਤੇ ਨੇ, ਫੋਰ ਐਗਜ਼ਾਮਪਲ ਐਗਰੀਕਲਚਰ ਕੋਸਟ ਪ੍ਰਾਈਸ ਕਮਿਸ਼ਨ ਐਕਸੈਟਰਾ। ਜੇ ਆਪਾਂ ਕਮਿਸ਼ਨ ਦੀ ਗੱਲ ਕਰੀਏ ਤਾਂ ਜਿਹੜੀ ਕਮਿਸ਼ਨ ਹੈ ਕੀ ਕਰਦੀ ਹੈ, ਗੌਰਮੈਂਟ ਨੂੰ ਐਡਵਾਈਸ ਕਰਦੀ ਹੈ ਐਗਰੀਕਲਚਰ ਦੀ ਪ੍ਰਾਈਸ ਪੋਲਿਸੀ ਬਾਰੇ। ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੁੰਦਾ ਹੈ ਅਤੇ ਕੋਸਟ ਪ੍ਰਾਈਸ ਹੁੰਦਾ ਐਗਰੀਕਲਚਰ ਗੁਡਸ ਦਾ, ਉਹ ਸਾਰਾ ਕੌਣ ਡਿਸਾਈਡ ਕਰੇਗਾ ਕਿ ਸਭ ਤੋਂ ਘੱਟ ਕਿੰਨਾ ਸਪੋਰਟ ਪ੍ਰਾਈਸ ਹੋਣਾ ਚਾਹੀਦਾ ਜਾਂ ਕੋਸਟ ਪ੍ਰਾਈਸ ਕਿੰਨਾ ਹੋਣਾ ਚਾਹੀਦਾ, ਸਾਰਾ ਕਮਿਸ਼ਨ ਕਰੇਗੀ। ਕਿਹੜੀ ਕਮਿਸ਼ਨ? ਇਹ ਵਾਲੀ ਜਿਹੜੀ ਆਪਾਂ ਹੁਣ ਪੜ੍ਹੀ ਹੈ, ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ। ਨੈਕਸਟ ਆਉਂਦਾ ਹੈ ਜਿਹੜਾ ਸੈਕਿੰਡ ਪਰਪਜ਼ ਹੈ ਗੌਰਮੈਂਟ ਦੀ ਪ੍ਰਾਈਸ ਪੋਲਿਸੀ ਦਾ, ਉਹਦੇ ਵਿੱਚ ਕੀ ਹੈ, ਜਿਹੜੀ ਫੂਡ ਕਾਰਪੋਰੇਸ਼ਨ ਹੈ ਇੰਡੀਆ ਦੀ ਉਹਨੂੰ ਸੈੱਟ ਕਰਨਾ, ਤਾਂ ਕਿ ਉਹ ਕਿਸ ਚੀਜ਼ ਦਾ ਧਿਆਨ ਰੱਖੇ ਕਿ ਜਿਹੜਾ ਇੰਟਰਸਟ ਹੈ ਕੰਜ਼ਿਊਮਰ ਦਾ ਉਹਦੇ ਪ੍ਰੋਟੈਕਸ਼ਨ ਦਾ। ਇਹਦੇ ਵਿੱਚ ਹੁੰਦਾ ਕੀ ਹੈ, ਕਾਰਪੋਰੇਸ਼ਨ ਕੀ ਕਰਦੀ ਹੈ, ਜਿਹੜੇ ਵੀ ਫੂਡ ਗ੍ਰੇਨਸ ਹੈ ਉਹਨਾਂ ਦਾ ਜਿਹੜਾ ਲਾਸਟ ਮਿਨੀਮਮ ਘੱਟ ਤੋਂ ਘੱਟ ਜਿਹੜਾ ਵੀ ਸਪੋਰਟ ਫਿਕਸ ਪ੍ਰਾਈਸ ਹੈ ਗੌਰਮੈਂਟ ਦੁਆਰਾ ਉਹਨੂੰ ਖਰੀਦ ਲੇਗੀ, ਜਿਹੜੇ ਵੀ ਫੂਡ ਗ੍ਰੇਨ ਦਾ ਹੈਗਾ। ਫਿਰ ਉਸ ਤੋਂ ਬਾਅਦ ਉਹਨੂੰ ਬਫਰ ਸਟਾਕ 'ਤੇ ਸੇਵ ਕਰ ਲੇਗੀ, ਐਜ਼ ਅ ਬਫਰ ਸਟਾਕ ਉਹਨੂੰ ਸੇਵ ਕਰ ਲੇਗੀ। ਅਤੇ ਜਿਵੇਂ ਹੀ ਉਸ ਫੂਡ ਗ੍ਰੇਨ ਦੇ ਹੌਲੀ ਹੌਲੀ ਪ੍ਰਾਈਸ ਰਾਈਸ ਹੋਣਗੇ, ਫਿਰ ਉਹ ਗੌਰਮੈਂਟ ਆਪਣੇ ਫੂਡ ਗ੍ਰੇਨਸ ਨੂੰ ਇੱਕ ਰੀਜ਼ਨੇਬਲ ਜਾਂ ਇੱਕ ਸਹੀ ਪ੍ਰਾਈਸ 'ਤੇ ਸੈੱਲ ਕਰ ਦੇਗੀ ਆਪਣੇ ਬਫਰ ਸਟਾਕ ਦੇ ਵਿੱਚੋਂ। ਇਹਦੇ ਨਾਲ ਕੀ ਹੋਏਗਾ, ਜਿਹੜੇ ਰਾਈਸ ਆਉਂਦਾ ਪ੍ਰਾਈਸਿਸ ਦੇ ਵਿੱਚ, ਯਾਨੀ ਜਿਹੜਾ ਵਧਾ ਆਉਂਦਾ ਰਾਈਸ ਦੇ ਵਿੱਚ ਪ੍ਰਾਈਸ ਦੇ ਵਿੱਚ, ਉਹ ਰੈਗੂਲੇਟ ਹੋ ਜਾਂਦਾ ਹੈ। ਸੌਰੀ ਫॉर दैट। ਜਿਹੜੀ ਗੌਰਮੈਂਟ ਹੈ ਉਹਨੇ ਬਹੁਤ ਸਾਰੇ ਐਗਰੀਕਲਚਰ ਪ੍ਰੋਡਕਟਸ ਲਾਈਕ ਗ੍ਰੇਨ, ਸ਼ੂਗਰ, ਆਇਲ, ਇਹਨਾਂ ਨੂੰ ਵੇਚਣਾ ਸ਼ੁਰੂ ਕੀਤਾ ਹੈ ਆਪਣੀ ਫੇਅਰ ਪ੍ਰਾਈਸ ਸ਼ੋਪਸ 'ਤੇ, ਕਿਹਦੇ ਵਿੱਚ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੇ ਅੰਦਰ। ਫੇਅਰ ਪ੍ਰਾਈਸ ਸ਼ੋਪਸ ਜਿੱਥੇ ਸਹੀ ਦਾਮ ਜਾਂ ਕੀਮਤਾਂ 'ਤੇ ਚੀਜ਼ਾਂ ਮਿਲਦੀਆਂ ਨੇ। ਨੈਕਸਟ ਆਉਂਦਾ 10th ਆਪਣਾ ਐਗਰੀਕਲਚਰ ਦੀ ਟ੍ਰੇਡ ਪੋਲਿਸੀ। ਸੋ ਪੜ੍ਹਦੇ ਹਾਂ ਇਹਨੇ ਕਿੱਦਾਂ ਐਗਰੀਕਲਚਰ ਦੇ ਡਿਵੈਲਪਮੈਂਟ ਦੇ ਵਿੱਚ ਹੈਲਪ ਕੀਤੀ। ਸੋ ਇਹਦੇ 2 ਮੇਨ ਐਸਪੈਕਟ ਇਸ ਪੋਲਿਸੀ ਦੇ। ਫਰਸਟ ਵਾਲਾ ਹੈ ਫੂਡ ਗ੍ਰੇਨਸ ਦੇ ਰਿਗਾਰਡਿੰਗ, ਕਿ ਉਹ ਗੌਰਮੈਂਟ ਕੀ ਚਾਹੁੰਦੀ ਹੈ ਕਿ ਜਿਹੜੇ ਵੀ ਫੂਡ ਗ੍ਰੇਨਸ ਹੈ ਉਹ ਇੰਪੋਰਟ ਸਬਸਟੀਟਿਊਸ਼ਨ ਦੀ ਪੋਲਿਸੀ 'ਤੇ ਕੰਮ ਕਰਨ, ਯਾਨੀ ਗੌਰਮੈਂਟ ਚਾਹੁੰਦੀ ਹੈ ਜਿੰਨੇ ਵੀ ਫੂਡ ਗ੍ਰੇਨਸ ਹੈ ਸਾਰੇ ਆਪਣੀ ਕੰਟਰੀ ਦੇ ਅੰਦਰ ਪ੍ਰੋਡਿਊਸ ਹੋਣ, ਤਾਂ ਕਿ ਆਪਾਂ ਨੂੰ ਉਹਨਾਂ ਨੂੰ ਬਾਹਰ ਤੋਂ ਕਿਸੇ ਕੰਟਰੀ ਤੋਂ ਇੰਪੋਰਟ ਨਾ ਕਰਨਾ ਪਵੇ। ਸੈਕਿੰਡਲੀ ਹੈ ਕੈਸ਼ ਕਰੋਪਸ ਦੇ ਰਿਗਾਰਡਿੰਗ, ਲਾਈਕ ਜਿਵੇਂ ਕਾਟਨ ਹੈ, ਜੂਟ ਹੈ, ਟੀ, ਕੌਫੀ, ਇਹ ਸਾਰੀ ਕੈਸ਼ ਕਰੋਪਸ ਹੈ, ਬਿਕੋਜ਼ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਲਾਰਜ ਕੁਆਂਟਿਟੀ ਦੇ ਵਿੱਚ ਬਾਹਰ ਐਕਸਪੋਰਟ ਕਰਦੇ ਹਾਂ। ਸੋ ਗੌਰਮੈਂਟ ਇਹਦੇ ਵਿੱਚ ਚਾਹੁੰਦੀ ਹੈ ਐਕਸਪੋਰਟ ਪ੍ਰਮੋਸ਼ਨ ਦੀ ਪੋਲਿਸੀ, ਯਾਨੀ ਗੌਰਮੈਂਟ ਚਾਹੁੰਦੀ ਹੈ ਕਿ ਆਪਾਂ ਲਾਰਜ ਅਮਾਊਂਟ ਦੇ ਵਿੱਚ ਇਹਨਾਂ ਨੂੰ ਐਕਸਪੋਰਟ ਕਰੀਏ, ਕਿਉਂਕਿ ਇਹ ਜਿਹੜੀ ਦੋਨੋਂ ਪੋਲਿਸੀਜ਼ ਹੈ ਇਹਨਾਂ ਦੋਨਾਂ ਦਾ ਬਹੁਤ ਹੀ ਵਧੀਆ ਪੋਜ਼ੀਟਿਵ ਇਫੈਕਟ ਐਗਰੀਕਲਚਰ ਦੀ ਡਿਵੈਲਪਮੈਂਟ 'ਤੇ ਪਿਆ ਹੈ। ਨੈਕਸਟ ਆਉਂਦੀ ਹੈ ਆਪਣੇ ਕੋਲ ਕ੍ਰੈਡਿਟ ਦੀ ਫੈਸਿਲਿਟੀ। ਗੌਰਮੈਂਟ ਨੇ ਐਗਰੀਕਲਚਰ ਦੀ ਡਿਵੈਲਪਮੈਂਟ ਦੇ ਲਈ ਕ੍ਰੈਡਿਟ ਫੈਸਿਲਿਟੀ ਸਟਾਰਟ ਕੀਤੀਆਂ। ਇਹਦੇ ਵਿੱਚ ਬਹੁਤ ਸਾਰੇ ਬੈਂਕਸ ਖੋਲ੍ਹੇ ਗਏ ਤਾਂ ਕਿ ਜਿਹੜੇ ਫਾਰਮਰਸ ਹੈ ਉਹਨਾਂ ਨੂੰ ਮਨੀ ਮਿਲੇ ਸਹੀ ਟਾਈਮ 'ਤੇ ਅਤੇ ਲੋ ਰੇਟ ਆਫ ਇੰਟਰਸਟ 'ਤੇ। ਜਿਹੜੇ ਲੈਂਡ ਦੇ ਡਿਵੈਲਪਮੈਂਟ ਬੈਂਕ ਸੀਗੇ ਉਹਦੀ ਜਿਹੜੀ ਨੰਬਰਿੰਗ ਹੈ ਬਹੁਤ ਜ਼ਿਆਦਾ ਇੰਕਰੀਜ਼ ਹੋ ਗਈ। ਜੇ ਆਪਾਂ ਐਟ ਪ੍ਰੈਜ਼ੈਂਟ ਯਾਨੀ ਅੱਜ ਦੀ ਗੱਲ ਕਰੀਏ ਤਾਂ 82,000 ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼ ਹੈ ਅਤੇ 1,440 ਪ੍ਰਾਇਮਰੀ ਲੈਂਡ ਡਿਵੈਲਪਮੈਂਟ ਬੈਂਕਸ ਹੈ ਜਿਹੜੇ ਕੰਮ ਕਰ ਰਹੇ ਨੇ ਕੰਟਰੀ ਦੇ ਵਿੱਚ। ਨੈਸ਼ਨਲਾਈਜੇਸ਼ਨ ਤੋਂ ਬਾਅਦ ਆਪਾਂ ਗੱਲ ਕਰੀਏ, ਆਪਾਂ ਪਿਛਲੇ ਚੈਪਟਰ 'ਚ ਪੜ੍ਹਿਆ ਵੀ ਸੀ, ਨੈਸ਼ਨਲਾਈਜੇਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਕਮਰਸ਼ੀਅਲ ਬੈਂਕਸ ਨੇ ਉਹਨਾਂ ਨੂੰ ਉਹ ਵੀ ਬਹੁਤ ਵਧੀਆ ਐਗਰੀਕਲਚਰਿਸਟ ਨੂੰ ਲਿਬਰਲ ਲੋਨਸ ਦੇਣ ਲੱਗ ਗਏ ਨੇ। ਜੇ ਆਪਾਂ ਰੀਜਨਲ ਰੂਰਲ ਬੈਂਕਸ ਦੀ ਗੱਲ ਕਰੀਏ ਤਾਂ ਫਾਰਮਰ ਸਰਵਿਸ ਸੁਸਾਇਟੀਜ਼ ਜਿਹੜੀਆਂ ਬਣਾਈਆਂ ਗਈਆਂ ਨੇ ਉਹ ਕੀ ਕਰਦੇ ਨੇ, ਜਿਹੜੇ ਫਾਰਮਰਸ ਹੈ ਉਹਨਾਂ ਨੂੰ ਕ੍ਰੈਡਿਟ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ। ਜੇ ਆਪਾਂ ਨਬਾਰਡ ਦੀ ਗੱਲ ਕਰੀਏ ਜਿਹੜਾ ਕਿ ਨੈਸ਼ਨਲ ਬੈਂਕ ਹੈ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ ਇੰਡੀਆ ਦਾ, 12 ਜੁਲਾਈ 1988 ਨੂੰ ਇਸਟੈਬਲਿਸ਼ ਕੀਤਾ ਗਿਆ ਸੀ ਤਾਂ ਕਿ ਉਹ ਗ੍ਰਾਂਟ ਕਰ ਸਕਣ ਵੱਡੇ ਲੋਨਸ ਜਿਹੜੇ ਵੀ ਲੋੜ ਪੈਂਦੇ ਐਗਰੀਕਲਚਰ ਦੀ ਡਿਵੈਲਪਮੈਂਟ ਦੇ ਲਈ।
ਜੇ ਆਪਾਂ 1996 ਤੇ 97 ਦੀ ਗੱਲ ਕਰੀਏ ਤਾਂ ਉਸ ਟਾਈਮ 'ਤੇ ਜਿਹੜੇ ਡਿਫਰੈਂਟ ਇੰਸਟੀਟਿਊਸ਼ਨ ਸੀਗੇ ਉਹ ਪ੍ਰੋਵਾਈਡ ਕਰਦੇ ਸੀ ਕ੍ਰੈਡਿਟ ਕਿੰਨਾ ਘੱਟੋ ਘੱਟ 28,817 ਕਰੋੜਸ ਤੋਂ ਐਗਰੀਕਲਚਰ ਸੈਕਟਰ ਤੋਂ। ਨੈਕਸਟ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 4,205 ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀਜ਼ ਹੈ ਜਿਹੜੇ ਲੋਨ ਦਿੰਦੀਆਂ ਨੇ। ਅੱਜ ਤੱਕ ਕਿੰਨਾ ਲੋਨ ਦੇ ਚੁੱਕੇ ਨੇ ਸਾਰੀ ਸੁਸਾਇਟੀਜ਼। ਆਪਾਂ ਥੋੜ੍ਹਾ ਦੇਖੀਏ ਕਿ ਹਰ ਫਾਰਮਰ ਨੂੰ ਕਿੰਨਾ ਲੋਨ ਇਕੱਠਾ ਕਰਕੇ ₹852 ਕਰੋੜਸ ਦਾ। ਸੋ ਦੇਖੋ ਇੰਨਾ ਲੋਨ ਤਾਂ ਗੌਰਮੈਂਟ ਪਬਲਿਕ ਦੇ ਵਿੱਚ ਹੀ ਵੰਡ ਦਿੰਦੀ ਹੈ। ਨੈਕਸਟ ਆਉਂਦਾ ਐਗਰੀਕਲਚਰ ਐਂਡ 5 ਈਅਰ ਪਲੈਨਸ। ਐਗਰੀਕਲਚਰ ਦੇ ਵਿੱਚ ਆਪਾਂ ਕਿੰਨੀ ਵਾਰ ਸੁਣ ਲਿਆ 5 ਈਅਰ ਪਲੈਨਸ। ਸੋ ਇਹ ਕਿਹੜੇ ਪਲੈਨਸ ਹੈ ਆਓ ਇਹਨਾਂ ਬਾਰੇ ਥੋੜ੍ਹਾ ਦੇਖੀਏ। ਇਹਦੇ ਵਿੱਚ ਮੇਨ ਤਾਂ ਆਪਾਂ ਇਹੀ ਪੜ੍ਹਨਾ 11 ਪਲੈਨਸ ਦੇ ਵਿੱਚ ਵੀ ਕਿੰਨੇ ਖਰਚੇ ਹੋਏ ਜਾਂ ਕੀ ਟਾਰਗੇਟ ਸੀ ਜਾਂ ਕਿੰਨੀ ਪ੍ਰੋਡਕਸ਼ਨ ਵਧੀ। ਸੋ ਇਹਦੇ ਵਿੱਚ ਹੈ ਇਨ ਦਾ 5 ਈਅਰ ਪਲੈਨਸ ਜੇ ਆਪਾਂ ਗੱਲ ਕਰੀਏ ਤਾਂ 23,500 ਕਰੋੜ ਐਗਰੀਕਲਚਰ ਡਿਵੈਲਪਮੈਂਟ 'ਤੇ ਲੱਗ ਚੁੱਕੇ ਨੇ ਜਿਹਦਾ ਰਿਜ਼ਲਟ ਕੀ ਹੈ ਜਿਹੜੀ ਫੂਡ ਗ੍ਰੇਨ ਪ੍ਰੋਡਕਸ਼ਨ ਹੈ ਉਹ ਡਬਲ ਹੋ ਗਈ ਹੈ ਪਹਿਲਾਂ ਨਾਲੋਂ। ਜਿਹੜਾ ਪ੍ਰੋਗਰੈਸ ਹੋਇਆ ਐਗਰੀਕਲਚਰ ਸੈਕਟਰ ਦੇ ਵਿੱਚ ਸਾਰੇ 5 ਈਅਰ ਪਲੈਨਸ ਦੀ ਗੱਲ ਕਰੀਏ ਉਹ ਮੈਂਸ਼ਨ ਕੀਤਾ ਹੋਇਆ ਆਪਾਂ ਨੂੰ। ਸੋ ਮੇਨ ਇਹਦੇ ਵਿੱਚ ਇੱਕ ਤਾਂ 8th ਪਲਾਨ ਇੰਪੋਰਟੈਂਟ ਹੈ ਅਤੇ ਉਸ ਤੋਂ ਬਾਅਦ ਆਪਾਂ ਇਸ ਵੀਡੀਓ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਵੀ ਕਰਨਾ ਹੈ। ਸੋ ਵੀਡੀਓ ਨੂੰ ਹਜੇ ਛੱਡ ਕੇ ਨਾ ਜਾਈਓ, ਦੇਖ ਕੇ ਕੀ ਤਾਂ ਆਉਂਦਾ। ਇਹਦੇ ਵਿੱਚ ਮੇਨ ਆਪਾਂ ਇਹ ਡਿਸਕਸ ਕਰਨਾ ਕਿੰਨੇ ਸਪੈਂਡ ਹੋਏ, ਕੀ ਐਕਸਪੈਂਡੀਚਰ ਸੀ ਅਤੇ ਕਿੰਨੇ ਫੂਡ ਗ੍ਰੇਨ ਸੀ। ਸੋ ਇਹਦੇ ਵਿੱਚ ਹੈ 290 ਕਰੋੜ ਐਕਸਪੈਂਡੀਚਰ ਹੋਇਆ ਯਾਨੀ ਖਰਚਾ ਹੋਇਆ 290 ਕਰੋੜ ਦਾ। ਫਸਟ ਪਲਾਨ ਦੀ ਗੱਲ ਕਰ ਰਹੇ 1951 ਤੋਂ 56 ਦੀ। ਅਤੇ ਜਿਹੜੀ ਪ੍ਰੋਡਕਸ਼ਨ ਉਹ ਕਿੰਨੀ ਹੋਈ ਸੀਗੀ ਟਨਸ ਦੇ ਵਿੱਚ ਜੇ ਆਪਾਂ ਫੂਡ ਗ੍ਰੇਨ ਦੀ ਦੇਖੀਏ ਤਾਂ 693 ਲੱਖ ਟਨ ਇੰਕਰੀਜ਼ ਹੋਈ ਸੀਗੀ। ਨੈਕਸਟ ਹੈ ਸੈਕਿੰਡ ਪਲਾਨ ਦੇ ਵਿੱਚ ਖਰਚਾ ਆਇਆ ਸੀ 549 ਕਰੋੜਸ ਦਾ ਅਤੇ ਜਿਹੜੀ ਪ੍ਰੋਡਕਸ਼ਨ ਕਿੰਨੀ ਇੰਕਰੀਜ਼ ਹੋਈ ਸੀ 823 ਲੱਖ ਟਨਸ ਤੱਕ ਦੀ। ਥਰਡ ਪਲਾਨ ਦੇ ਵਿੱਚ ਐਗਰੀਕਲਚਰ ਦੇ ਵਿੱਚ 1089 ਕਰੋੜਸ ਦਾ ਖਰਚਾ ਆਇਆ ਸੀ ਅਤੇ 723 ਲੱਖ ਟਨਸ ਇੰਕਰੀਜ਼ ਹੋਏ ਸੀ। ਅਤੇ ਇਹਦੇ ਵਿੱਚ ਕੀ ਹੋਇਆ ਦਿੱਕਤ ਇਹ ਹੋ ਗਈ ਵੀ ਪਹਿਲਾਂ 823 ਸੀ ਹੁਣ ਘੱਟ ਗਏ 100 ਲੱਖ ਟਨਸ ਘੱਟ ਗਏ ਕਿਉਂਕਿ ਸੈਵਰਲ ਕਾਜ਼ਿਜ਼ ਉਦੋਂ ਬਹੁਤ ਸਾਰੀ ਪ੍ਰੋਬਲਮਸ ਹੋਈਆਂ ਸੀ, ਕੁਝ ਕਾਰਨਾਂ ਕਰਕੇ ਪ੍ਰੋਡਕਸ਼ਨ ਘੱਟ ਗਈ। ਨੈਕਸਟ ਹੈ ਫੋਰਥ ਪਲਾਨ ਦੇ ਵਿੱਚ ਤੁਹਾਨੂੰ ਕੁਐਸਚਨ ਵੀ ਆ ਸਕਦਾ ਕਿਸ ਈਅਰ ਪ੍ਰੋਡਕਸ਼ਨ ਘਟੀ ਸੀ। ਥਰਡ ਪਲਾਨ ਦੇ ਵਿੱਚ ਫੋਰਥ ਪਲਾਨ ਦੇ ਵਿੱਚ ਖਰਚਾ ਕਿੰਨਾ ਹੋਇਆ ਸੀਗਾ 2,320 ਕਰੋੜਸ ਅਤੇ ਫੂਡ ਗ੍ਰੇਨਸ ਕਿੰਨੇ ਇੰਕਰੀਜ਼ ਹੋਏ ਸੀ 1,047 ਲੱਖ ਟਨਸ। ਫਿਫਥ ਪਲਾਨ ਦੇ ਵਿੱਚ 4,865 ਕਰੋੜ ਐਕਸਪੈਂਡੀਚਰ ਖਰਚਾ ਹੋਇਆ ਸੀ ਅਤੇ ਪ੍ਰੋਡਕਸ਼ਨ ਕਿੰਨੀ ਹੋਈ ਸੀ ਫੂਡ ਗ੍ਰੇਨਸ ਦੀ 1,320 ਲੱਖ ਟਨਸ। ਨੈਕਸਟ ਹੈ ਸਿਕਸਥ ਪਲਾਨ ਦੇ ਵਿੱਚ 6,623 ਕਰੋੜ ਖਰਚਾ ਹੋਇਆ ਸੀ ਅਤੇ ਜਿਹੜੀ ਪ੍ਰੋਡਕਸ਼ਨ ਹੋਈ ਸੀ ਉਹ ਕਿੰਨੀ ਸੀ 1,465 ਲੱਖ ਟਨਸ। ਨੈਕਸਟ ਹੈ ਸੈਵਨਥ ਪਲਾਨ, ਇਹਦੇ ਵਿੱਚ ਖਰਚਾ ਕਿੰਨਾ ਹੋਇਆ ਸੀ 12,792 ਕਰੋੜ ਅਤੇ ਜਿਹੜਾ ਪ੍ਰੋਡਕਸ਼ਨ ਹੈ ਉਹ ਕਿੰਨੀ ਹੋਈ ਸੀ 1,760 ਲੱਖ ਟਨਸ। ਨੈਕਸਟ ਆਉਂਦਾ 8th ਪਲਾਨ, ਇਹਦੇ ਵਿੱਚ ਕੀ ਹੋਇਆ ਸੀ ਪ੍ਰਪੋਜ਼ਲ ਸੀਗਾ ਕਿ ਆਪਾਂ ਇੰਨੇ ਖਰਚ ਕਰਨੇ ਹੈ 22,280 ਕਰੋੜ 'ਤੇ ਜਿਹਦੇ ਵਿੱਚੋਂ ਜਿਹੜਾ 35,263 ਕਰੋੜ ਜਿਹੜਾ ਹੈ ਉਹ ਰੂਰਲ ਡਿਵੈਲਪਮੈਂਟ 'ਤੇ ਖਰਚ ਹੋਇਆ। 6,837 ਕਰੋੜ ਜਿਹੜੇ ਨੇ ਉਹ ਸਪੈਸ਼ਲ ਰੀਜਨਲ ਪ੍ਰੋਗਰਾਮਸ 'ਤੇ ਖਰਚ ਹੋਏ। 33,280 ਜਿਹੜੇ ਨੇ ਇਰੀਗੇਸ਼ਨ ਦੇ ਫਲੱਡ ਦੇ ਵਿੱਚ ਖਰਚ ਹੋਏ। ਇਸੇ ਤਰ੍ਹਾਂ ਜਿਹੜਾ ਟਾਰਗੇਟ ਸੀਗਾ ਉਹ 22% ਤੱਕ ਦਾ ਸੀਗਾ ਕਿ ਟੋਟਲ ਖਰਚੇ 'ਚੋਂ 22% ਜਿਹੜਾ ਹੈ ਉਹ ਐਗਰੀਕਲਚਰ ਸੈਕਟਰ 'ਤੇ ਖਰਚ ਕਰਨਾ ਹੈ। ਅਤੇ ਜਿਹੜਾ ਮੇਨ ਓਬਜੈਕਟਿਵ ਸੀਗਾ ਉਹ ਇਹ ਸੀਗਾ ਕਿ ਇੰਕਰੀਜ਼ ਕਰਨੀ ਹੈ ਐਗਰੀਕਲਚਰ ਦੀ ਪ੍ਰੋਡਕਸ਼ਨ ਕਿਹਦੇ ਨਾਲ ਐਗਰੀਕਲਚਰ ਡਿਵੈਲਪਮੈਂਟ ਦੇ ਨਾਲ। ਅਤੇ ਉਹਨਾਂ ਨੇ ਗੋਲਸ ਵੀ ਰੱਖੇ ਸੀ ਕੁਝ, ਸੋ ਉਹਨਾਂ ਬਾਰੇ ਦੇਖ ਲੈਂਦੇ ਹਾਂ। ਜਿਹੜਾ 8th ਪਲਾਨ ਹੈ ਇਹਦੇ ਵਿੱਚ ਜਿਹੜਾ ਟਾਰਗੇਟ ਫਿਕਸ ਕੀਤਾ ਗਿਆ ਸੀ ਉਹ ਸੀ 2,100 ਲੱਖ ਟਨ ਦਾ। 2,100 ਲੱਖ ਟਨ ਦਾ ਪ੍ਰੋਡਕਸ਼ਨ ਦਾ ਟਾਰਗੇਟ ਸੀਗਾ ਅਤੇ 2,750 ਲੱਖ ਸ਼ੂਗਰ ਕੇਨ ਦੇ ਰੱਖੇ ਗਏ ਸੀ ਟਾਰਗੇਟ ਦੇ ਵਿੱਚ। 140 ਲੱਖ ਬੇਲਸ ਕੋਟਨ ਦੇ, 95 ਲੱਖ ਬੇਲਸ ਆਫ ਜੂਟ ਦੈਨ। ਬਟ ਜੇ ਆਪਾਂ ਐਕਚੁਅਲ ਦੀ ਗੱਲ ਕਰੀਏ ਐਕਚੁਅਲੀ ਹੋਇਆ ਕਿ 1,924 ਲੱਖ ਟਨ ਪ੍ਰੋਡਕਸ਼ਨ ਹੋਈ ਅਤੇ ਜਿਹੜੀ ਸ਼ੂਗਰ ਕੇਨ ਸੀ ਉਹ ਤਾਂ ਜ਼ਿਆਦਾ ਹੋ ਗਏ 2,830 ਪਰ ਜਿਹੜੀ ਕਾਟਨ ਸੀ ਉਹ 131 ਲੱਖ ਹੀ ਹੋਈ ਅਤੇ ਜਿਹੜੀ ਜੂਟ ਸੀ ਉਹ ਵੀ 89 ਲੱਖ ਬੇਲਸ ਹੀ ਪ੍ਰੋਡਿਊਸ ਹੋਈ। ਨੈਕਸਟ ਆਉਂਦਾ 9th ਪਲਾਨ ਦੇ ਵਿੱਚ
ਜਿਹੜਾ ਆਪਾਂ ਗੱਲ ਕਰੀਏ ਐਕਸਪੈਂਡੀਚਰ ਦੀ, ਜਿਹੜਾ ਵੀ ਡਿਵੈਲਪਮੈਂਟ 'ਤੇ ਹੋਇਆ, ਇਰੀਗੇਸ਼ਨ ਲੈ ਲਓ, ਰੂਰਲ ਡਿਵੈਲਪਮੈਂਟ ਲੈ ਲਓ, ਉਹ ਸਾਰਾ ਕਿੰਨਾ ਸੀਗਾ 155,392 ਕਰੋੜਸ। ਨੈਕਸਟ ਹੈ 10th ਪਲਾਨ ਦੇ ਵਿੱਚ ਕਿੰਨਾ ਖਰਚਾ ਹੋਇਆ 58,933 ਕਰੋੜ। 11th ਪਲਾਨ ਦੇ ਵਿੱਚ ਐਨੂਅਲ ਐਵਰੇਜ ਕਿੰਨਾ ਟਾਰਗੇਟ ਕੀਤਾ ਗਿਆ ਸੀ 4%, ਪਰ ਅਚੀਵ ਹੋਇਆ 3.5%। ਨੈਕਸਟ ਆਉਂਦੀ ਹੈ ਆਪਣੇ ਕੋਲ ਗ੍ਰੀਨ ਰੈਵੋਲੂਸ਼ਨ ਤੁਸੀਂ ਬਹੁਤ ਵਾਰ ਸੁਣਦੇ ਆ ਰਹੇ ਹੋ ਛੋਟੀ ਕਲਾਸਿਸ ਤੋਂ ਵੀ, ਆਪਾਂ ਪੜ੍ਹਿਆ ਵੀ ਹੈ। ਸੋ ਇਹਦੇ ਵਿੱਚ ਹੈ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਹੁੰਦੀ ਹੈ 2 ਵਰਡ ਦੇ ਕੰਬੀਨੇਸ਼ਨ ਤੋਂ ਬਣੀ ਹੈ, ਗ੍ਰੀਨ ਤੇ ਰੈਵੋਲੂਸ਼ਨ। ਜਿਹੜਾ ਗ੍ਰੀਨ ਹੈ ਉਹ ਕਿਸ ਚੀਜ਼ ਦਾ ਸਿੰਪਲੀਫਾਈ ਕਰ ਰਿਹਾ ਗ੍ਰੀਨਰੀ। ਰੈਵੋਲੂਸ਼ਨ ਮੀਨਸ ਕੋਈ ਵੀ ਚੀਜ਼ ਜਿਹੜੀ ਇੱਕਦਮ ਹੋ ਗਈ, ਸਡਨਲੀ ਹੋ ਗਈ ਅਤੇ ਬਹੁਤ ਜ਼ਿਆਦਾ ਫਾਸਟ ਹੋਈ ਹੈ, ਜਿਹਨੂੰ ਦੇਖ ਕੇ ਸਭ ਹੈਰਾਨ ਹੋ ਜਾਂਦੇ ਹੈ। ਨੈਕਸਟ ਹੈ ਇਹ ਜਿਹੜੀ ਟਰਮ ਹੈ ਇਹ ਕਿਹਦੇ ਲਈ ਯੂਜ਼ ਕੀਤੀ ਜਾਂਦੀ ਹੈ, ਐਗਰੀਕਲਚਰ ਪ੍ਰੋਡਕਸ਼ਨ ਦੇ ਪ੍ਰੋਗਰੈਸ ਦੇ ਲਈ। ਇਹਦੇ ਕਾਰਨ ਸੈਵਰਲ ਐਗਰੀਕਲਚਰ ਰਿਫਾਰਮਸ ਇਨੀਸ਼ੀਏਟ ਹੋਏ, ਯਾਨੀ ਬਹੁਤ ਸਾਰੇ ਐਗਰੀਕਲਚਰ ਰਿਫਾਰਮਸ ਸ਼ੁਰੂ ਹੋਏ ਪਹਿਲੇ 3 ਜਿਹੜੇ ਪਲਾਨਸ ਦਾ ਪੀਰੀਅਡ ਸੀ ਉਸ ਟਾਈਮ 'ਤੇ। ਅਤੇ ਜੇ ਆਪਾਂ 1967 ਤੋਂ 68 ਦੀ ਗੱਲ ਕਰੀਏ ਤਾਂ ਜਿਹੜੀ ਪ੍ਰੋਡਕਸ਼ਨ ਹੈ ਫੂਡ ਗ੍ਰੇਨਸ ਦੀ ਉਹ 25% ਤੱਕ ਇਨਕਰੀਜ਼ ਹੋ ਗਈ ਸੀ। ਅਤੇ ਇਹ ਕਿਵੇਂ ਪਤਾ ਲੱਗ ਰਿਹਾ 25% ਇਨਕਰੀਜ਼ ਹੋਈ ਹੈ, ਇਹ ਲਾਸਟ ਈਅਰ ਨਾਲ ਕੰਪੇਅਰ ਕਰਕੇ ਹੈ। ਸੋ ਇਹਦੇ ਵਿੱਚ ਹੈ ਕੀ ਹੈ ਕਿ ਇੰਨਾ ਜਿਹੜਾ ਪ੍ਰੋਗਰੈਸ ਹੈ ਉਹ ਅੱਜ ਤੱਕ ਕਦੇ ਕਿਸੇ ਈਅਰ ਦੇ ਵਿੱਚ ਨਹੀਂ ਹੋਇਆ ਸੀ। ਦੈਟ ਇਜ਼ ਵਾਈ ਇਹਨੂੰ ਗ੍ਰੀਨ ਰੈਵੋਲੂਸ਼ਨ ਦਾ ਨਾਮ ਦਿੱਤਾ ਇਕਨੋਮਿਸਟ ਨੇ। ਨੈਕਸਟ ਆਉਂਦੀ ਹੈ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਤੁਸੀਂ ਕਿਹੜੀ ਡੈਫੀਨੇਸ਼ਨ ਲਿਖਣੀ ਹੈ। ਸੋ ਯੂ ਕੈਨ ਰਾਈਟ ਬੋਥ ਆਫ ਦੀਜ਼ ਡੈਫੀਨੇਸ਼ਨਸ ਇਨ ਯੋਰ ਐਗਜ਼ਾਮ। ਇਹਨਾਂ ਦਾ ਮੀਨਿੰਗ ਕੀ ਹੈ ਕਿ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਉਹ ਕਿਹਨੂੰ ਰੈਫਰ ਕਰਦਾ ਹੈ, ਐਕਸਟਰਾ ਆਰਡੀਨਰੀ ਇੰਕਰੀਜ਼ ਨੂੰ ਐਗਰੀਕਲਚਰ ਪ੍ਰੋਡਕਸ਼ਨ ਦੇ ਵਿੱਚ। ਜੇ ਆਪਾਂ ਸਪੈਸ਼ਲੀ ਗੱਲ ਕਰੀਏ ਤਾਂ ਵੀਟ ਅਤੇ ਰਾਈਸ ਦੀ, ਜੋ ਕਿ ਕਿਸ ਕਾਰਨ ਪੋਸੀਬਲ ਹੋਇਆ ਸੀ, ਕਿਉਂਕਿ ਆਪਾਂ ਨਿਊ ਟੈਕਨੀਕਸ ਅਪਣਾਈਆਂ ਹਾਈ ਯੀਲਡਿੰਗ ਵੈਰਾਈਟੀ ਸੀਡਸ ਦੀ, HYV ਸੀਡਸ ਦੀ। ਨੈਕਸਟ ਆਉਂਦੇ ਜੇ ਆਪਾਂ JG ਹਰਾਰ ਦੇ ਵਰਡਸ ਦੇ ਵਿੱਚ ਦੇਖੀਏ ਤਾਂ ਗ੍ਰੀਨ ਰੈਵੋਲੂਸ਼ਨ ਇੱਕ ਐਜ ਅ ਵਰਡ ਹੈ ਜੋ ਜਨਰਲੀ ਤਾਂ ਡਿਸਕ੍ਰਾਈਬ ਕੀਤਾ ਜਾਂਦਾ ਜਦੋਂ ਕੋਈ ਬਹੁਤ ਵੱਡਾ ਇਨਕਰੀਜ਼ ਹੁੰਦਾ ਹੈ ਫੂਡ ਗ੍ਰੇਨਸ ਦੀ ਪ੍ਰੋਡਕਸ਼ਨ ਦੇ ਵਿੱਚ, ਜੋ ਕਿ ਕਦੋਂ ਹੋਇਆ 1968 ਦੇ ਵਿੱਚ ਅਤੇ ਉਹ ਹੱਦ ਤੱਕ ਚੱਲ ਰਿਹਾ ਹੈ। ਨੈਕਸਟ ਆਉਂਦੇ ਆ ਫੀਚਰਸ ਕੀ ਹੈ ਗ੍ਰੀਨ ਰੈਵੋਲੂਸ਼ਨ ਦੇ। ਸੋ ਇਹਦੇ ਵਿੱਚ ਮੇਨ ਇਹੀ ਹੈ ਕਿ ਜਿਹੜਾ 1968 ਹੈ ਉਹ ਸਟਾਰਟਿੰਗ ਜਾਂ ਇਨੀਸ਼ੀਅਲ ਈਅਰ ਸੀਗਾ ਗ੍ਰੀਨ ਰੈਵੋਲੂਸ਼ਨ ਦਾ, ਸ਼ੁਰੂਆਤੀ ਸਾਲ ਸੀਗਾ। ਅਤੇ ਜਿਹੜੀ ਪੰਤ ਐਗਰੀਕਲਚਰ ਯੂਨੀਵਰਸਿਟੀ ਹੈ UP ਦੇ ਵਿੱਚ, ਪੰਤ ਨਗਰ ਦੇ ਵਿੱਚ, ਇਹਨੇ ਇੱਕ ਐਪਰੀਸ਼ੀਏਬਲ ਯਾਨੀ ਤਾਰੀਫੇ ਕਾਬਿਲ ਕੰਟਰੀਬਿਊਸ਼ਨ ਕੀਤਾ ਨਵੇਂ ਵੈਰਾਈਟੀ ਆਫ ਸੀਡਸ ਨੂੰ ਇਵੋਲਵ ਕਰਕੇ ਬਣਾ ਕੇ। ਨੈਕਸਟ ਆਉਂਦੇ ਜਿਹੜੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ ਹੈ IARI ਨਿਊ ਦਿੱਲੀ ਦੀ, ਇਹਨੇ ਵੀ ਬਹੁਤ ਵਧੀਆ ਕੰਟਰੀਬਿਊਸ਼ਨ ਕੀਤਾ ਹੈ ਇਸੇ ਟੌਪਿਕ ਦੇ ਵਿੱਚ, ਇਸੇ ਰਿਗਾਰਡ ਦੇ ਵਿੱਚ, ਤਾਂ ਕਿ ਗ੍ਰੀਨ ਰੈਵੋਲੂਸ਼ਨ ਆ ਸਕੇ। ਅਤੇ ਜੇ ਮੇਨ ਆਪਾਂ ਕ੍ਰੈਡਿਟ ਦੇਖੀਏ ਤਾਂ ਕਿਹਨੂੰ ਜਾਂਦਾ ਹੈ ਗ੍ਰੀਨ ਰੈਵੋਲੂਸ਼ਨ ਦਾ ਇੰਡੀਆ ਦੇ ਵਿੱਚ, ਉਹ ਜਾਂਦਾ ਹੈ ਡਾਕਟਰ ਨੋਰਮਨ E ਬੋਰਲਾਫ ਅਤੇ ਡਾਕਟਰ MN ਸਵਾਮੀਨਾਥਨ। ਸੋ ਬਾਕੀ ਦਾ ਆਪਾਂ ਨੈਕਸਟ ਪਾਰਟ ਦੇ ਵਿੱਚ ਕਵਰ ਕਰਾਂਗੇ। ਵੀਡੀਓ ਪਸੰਦ ਆਈ ਤਾਂ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।